मैं समय समय सारिਆਂ ਨੂੰ ਤੁਹਾਡੇ ਨਾਲ ਜਾਣ ਪਛਾਣ ਕਰਾਉਂਦਿਆਂ ਮੈਂ ਬੇਨਤੀ ਕਰਾਂ ਆਪਣੇ ਪਰਮ ਮਿੱਤਰ ਡਾਕਟਰ ਹੀਰਾ ਸਿੰਘ ਹੋਰਾਂ ਨੂੰ ਕਿ ਉਹ ਅੱਜ ਦੇ ਸੰਦਰਭ ਦੇ ਵਿੱਚ ਜਿੱਥੇ ਦਲਵੀਰ ਚੇਤਨ ਹੋਰਾਂ ਦੇ ਯਾਦਗਾਰੀ ਸਨਮਾਨ ਦੀਆਂ ਕੁਝ ਗੱਲਾਂ ਕਰਨਗੇ, ਕੁਝ ਪੰਜਾਬੀ ਜੋ ਕਿ ਪੰਜਾਬੀ ਕਹਾਣੀ ਦੇ ਨਾਲ ਤੇ ਗੱਲ ਨੂੰ ਸਾਂਝੇ ਤੌਰ ਦੇ ਉੱਤੇ ਸਾਡੇ ਨਾਲ ਸਾਂਝੀਆਂ ਕਰਨਗੇ ਦੋ ਚਾਰ ਗੱਲਾਂ। ਡਾਕਟਰ ਹੀਰਾ ਸਿੰਘ। ਜਦੋਂ ਹੁਣ ਇਸ ਮੌਕੇ 'ਤੇ ਕੋਈ ਸ਼ਬਦ ਬੋਲਣੇ ਆ ਤਾਂ 4-5 ਸਾਈਡਾਂ ਇੱਕਦਮ ਖੁੱਲ੍ਹ ਜਾਂਦੀਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਾਡੇ ਪੰਜਾਬੀ 'ਚ ਕਹਾਵਤ ਆ ਵੀ ਬੋਹੜ ਦੇ ਥੱਲੇ ਨਾ ਬੋਹੜ ਨਹੀਂ ਉੱਗਦਾ। ਪਰ ਇਹ ਗੱਲ ਕਿਤੇ ਕਿਤੇ, ਕਿਉਂਕਿ ਹਰ ਗੱਲ 'ਚ ਅਪਵਾਦ ਹੁੰਦਾ, ਹਰ ਗੱਲ 'ਚ ਅਪਵਾਦ ਹੁੰਦਾ, 100% 100 ਥਾਂ 'ਤੇ ਨਹੀਂ ਲਾਗੂ ਹੁੰਦੀ। ਚੇਤਨ ਸਾਹਿਬ ਕਹਾਣੀਕਾਰ ਸੀ, ਉਹਨਾਂ ਦੇ ਪਰਿਵਾਰ 'ਚ ਸਰਗੀ ਨੇ ਉਸੇ ਰਵਾਇਤ ਨੂੰ ਅੱਗੇ ਤੋਰ ਕੇ ਤੇ ਉਹ ਗੱਲ ਨੂੰ ਜਿਹੜਾ ਅਪਵਾਦ ਹੈ ਉਹ ਲੈ ਆਂਦਾ ਵੀ ਨਹੀਂ, ਬੋਹੜ ਥੱਲੇ ਬੋਹੜ ਵੀ ਹੋ ਜਾਂਦਾ ਕਦੇ ਕਦੇ, ਅਕਸਰ ਨਹੀਂ ਹੁੰਦਾ ਪਰ ਕਦੇ ਕਦੇ ਹੋ ਜਾਂਦਾ। ਮੈਂ 1997-98 'ਚ ਯੂਨੀਵਰਸਿਟੀ ਆਇਆ ਸੀ ਅਤੇ ਉਦੋਂ ਇਹ ਸਾਡੇ ਸਰਗੀ ਭੈਣ ਸੀਨੀਅਰ ਹੁੰਦੇ ਸੀ ਅਤੇ ਅਸੀਂ ਇਹਨਾਂ ਦੀ ਲਾ ਲਓ ਸੰਗ, ਇਹਨਾਂ ਦੇ ਸੰਗ ਸਾਥ 'ਚ, ਇਹਨਾਂ ਦੀ ਛਤਰਛਾਇਆ 'ਚ 5-6 ਸਾਲ ਯੂਨੀਵਰਸਿਟੀ ਰਹੇ। ਇਹਨਾਂ ਨੂੰ ਦੇਖਦੇ ਰਹੇ। ਚੇਤਨ ਵੀ ਉੱਥੇ ਹੀ ਪੜ੍ਹਦਾ ਸੀ। ਤਾਂ ਇੱਕ ਬੜਾ ਉਹ ਜਿਵੇਂ ਕਿਉਂਕਿ ਉਹ ਉਮਰ ਹੁੰਦੀ ਹੈ ਯੂਨੀਵਰਸਿਟੀ 'ਚ ਜਾਂਦੇ ਹੋ ਤਾਂ ਉੱਥੇ ਜਿਹੜੀ ਤੁਹਾਡੀ ਦੋਸਤੀ ਆ, ਜਿਹੜੇ ਤੁਹਾਡੇ ਰਿਲੇਸ਼ਨ ਉਹ ਬੜੇ ਵਧੀਆ ਬਣਦੇ, ਬੜੇ ਡੂੰਘੇ ਜਿਹੇ ਬਣਦੇ, ਬੜੀ ਦੂਰ ਤੱਕ ਯਾਦ ਰਹਿੰਦੇ ਉਹ ਫੋਟੋਆਂ ਰਹੀ ਦੂਜੇ ਦੀਆਂ। ਹਾਲਾਂਕਿ ਇਹਨਾਂ ਨਾਲ ਮੇਲ ਜੋਲ ਜਿਹੜਾ ਮੇਰਾ ਉਹ ਹੁੰਦਾ ਰਿਹਾ ਕਿਉਂਕਿ ਫਿਰ ਮੈਂ ਇੱਥੇ ਹੌਲੀ ਹੌਲੀ ਅੰਮ੍ਰਿਤਸਰ ਆਇਆ। ਇੱਕ ਬੜਾ ਵਧੀਆ ਮਹਿਸੂਸ ਹੁੰਦਾ ਸੀ ਕਿ ਕੋਈ ਸਾਡੇ ਆਸੇ ਪਾਸੇ ਬੰਦਾ ਪੜ੍ਹ ਲਿਖ ਕੇ ਏਅਰ ਫੋਰਸ 'ਚ ਜੋਬ ਕਰਦਾ, ਬੜਾ ਵੱਡਾ ਅਫਸਰ, ਰਿਟਾਇਰ ਹੋਇਆ ਆਇਆ, ਫਿਰ ਕਹਾਣੀਆਂ ਲਿਖਦਾ, ਕਹਾਣੀਆਂ ਬਾਰੇ ਗੱਲਬਾਤ ਚੱਲਦੀ ਰਹਿੰਦੀ ਸੀ। ਇੱਕ ਇਹ ਜਿਹੜਾ ਘੇਰੇ ਦੀ ਗੱਲ ਹੋਈ ਆ ਪੁਰਾਣਾ, ਇੱਕ ਇਹਨਾਂ ਦਾ ਦੋਸਤੀਆਂ ਦਾ ਘੇਰਾ ਸੀ 5-7-10 ਬੰਦਿਆਂ ਦਾ, ਉਹ ਅੱਜ ਵੀ ਇੱਕ ਇਤਿਹਾਸ ਬਣਿਆ ਹੋਇਆ ਕਿ ਇਹ ਬੰਦੇ ਰਲ ਮਿਲ ਕੇ ਜਿਹੜਾ ਸੀਗਾ ਪਰਮਿੰਦਰਜੀਤ ਦਾ ਹੁਜਰਾ ਸੀ, ਉੱਥੇ ਇਕੱਠੇ ਹੋਣਾ ਸਾਰਿਆਂ ਨੇ, ਤਾਂ ਉਹ ਜਿਹੜੇ ਮਹਿਫਲਾਂ ਲੱਗਣੀਆਂ, ਜਿਹੜੀਆਂ ਗੱਲਾਂ ਹੋਣੀਆਂ, ਉਹ ਇੱਕ ਪੂਰਾ ਦਾ ਪੂਰਾ ਪੰਜਾਬੀ ਸਾਹਿਤ ਦਾ ਇੱਕ ਇਤਿਹਾਸ ਦਾ ਭਾਗ ਹੀ ਬਣ ਗਿਆ। ਜਿਵੇਂ ਕਿਤੇ ਪਟਿਆਲੇ ਵਾਲਾ ਸਾਨੂੰ ਉਹ ਲਾਲੀ ਵਾਲਾ ਜਿਹੜਾ ਨਾ ਭੂਤਵਾੜਾ ਜਿਵੇਂ ਕਿ ਇਤਿਹਾਸ ਦਾ ਹਿੱਸਾ ਬਣਿਆ, ਉਵੇਂ ਹੀ ਇਹ ਸੀਗਾ ਪਰਮਿੰਦਰਜੀਤ ਦਾ ਵੀ ਆਲਾ ਦੁਆਲਾ ਜਿਹੜਾ ਸੀ। ਸੋ ਉਹਦੇ 'ਚੋਂ ਹੀ ਇਹ ਇੱਕ ਸ਼ਾਖ ਆ। ਜਿੱਥੋਂ ਤੱਕ ਇਹ ਜਿਹੜੇ ਅੱਜ ਦੇ ਸਨਮਾਨ ਹੋ ਰਹੇ ਦੋਵੇਂ ਕਹਾਣੀਕਾਰ ਆ, ਗੁਰਮੀਤ ਘੜਿਆਲਵੀ ਜੀ ਅਤੇ ਸੁਖਪਾਲ ਸਿੰਘ ਥਿੰਦ ਜੀ, ਇਹਨਾਂ ਦੇ ਸੰਦਰਭ 'ਚ ਨਾ ਮੈਂ 2-3 ਗੱਲਾਂ ਕਰਨੀਆਂ। ਆਪਣਾ ਪਿੱਛੇ ਜੇ ਇੱਕ ਫੰਕਸ਼ਨ ਹੋਇਆ ਸੀ ਅਤੇ ਉੱਥੇ ਅਰਵਿੰਦਰ ਧਾਲੀ ਹੋਣਾ ਵੀ ਉਹ ਗੱਲ ਕਹੀ ਸੀ ਕਿ ਭਾਈ ਪੰਜਾਬੀ ਕਹਾਣੀ ਹੁਣ ਉਹ ਪੁਰਾਣੀ ਕਹਾਣੀ ਨਹੀਂ ਰਹੀ ਜਿਹੜੀ ਸ਼ੁਰੂ 'ਚ ਸੀਗੀ ਵੀ ਸੰਦੇਸ਼ ਦੇਣ ਵਾਲੀ। ਜਿਵੇਂ ਲਾਈਫ ਕੰਪਲੈਕਸ ਹੋ ਗਈ ਸਾਡੀ, ਉਵੇਂ ਹੀ ਕਹਾਣੀ ਵੀ ਬੜੀ ਕੰਪਲੈਕਸ ਹੋ ਗਈ। ਔਰ ਜਦੋਂ ਵੀ ਕਿਤੇ ਗੱਲ ਕਰਨੀ ਹੈ ਨਾ ਜੋ ਕਿ ਪੰਜਾਬੀ ਕਹਾਣੀ ਦੀ, ਇੱਕ ਗੱਲ ਨੂੰ ਆਪਾਂ ਸਾਰਿਆਂ ਨੇ ਧਿਆਨ 'ਚ ਰੱਖਣਾ ਕਿ ਭਾਈ ਜਿਹੜਾ ਇਹ ਪੰਜਾਬ ਸਮੱਸਿਆ ਦਾ ਦੌਰ ਲੰਘਿਆ 78 ਤੋਂ 93 ਵਾਲਾ, ਅਤੇ ਉਹਦੇ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਨਾ ਖਲਾ ਜਿਹਾ ਪੈਦਾ ਹੋ ਗਿਆ ਸੀਗਾ ਕਿ ਕੋਈ ਇਹ ਨਹੀਂ ਹੈ ਬਾਕੀ ਗਤੀਵਿਧੀਆਂ, ਵਿਚਾਰਧਾਰਕ ਤੌਰ 'ਤੇ ਵੀ ਇੱਕ ਖਲਾ ਜਿਹਾ ਹੀ ਪੈਦਾ ਹੋ ਗਿਆ ਸੀ। ਇਹਨੂੰ ਆਪਾਂ ਆਲੋਚਨਾ 'ਚ ਬੜੇ ਕਿਉਂਕਿ ਆਲੋਚਨਾ ਮੇਰਾ ਫੀਲਡ ਹੈ, ਉਹਦੇ 'ਚ ਬੜੇ ਗਹਿਰਾਈ ਨਾਲ ਮਹਿਸੂਸ ਕਰ ਰਹੇ ਹਾਂ ਵੀ ਕਿਵੇਂ ਇੱਕ ਖਲਾ ਜਿਹਾ ਪੈਦਾ ਹੋ ਗਿਆ, ਕੋਈ ਨਵੀਂ ਗੱਲ ਨਹੀਂ ਹੋ ਰਹੀ। ਇਸੇ ਤਰ੍ਹਾਂ ਹੀ ਸਾਹਿਤ ਦੇ ਵਿੱਚ ਵੀ ਸੀਗਾ। ਲਾਈਫ ਦੇ ਵਿੱਚ ਤੁਸੀਂ ਵੇਖੋ ਨਾ, ਇੱਕਦਮ ਬੇਰੁਜ਼ਗਾਰੀ ਵਧੀ ਆ, ਇੱਕਦਮ ਨਸ਼ੇ ਆ ਗਏ, ਇੱਕਦਮ ਤੁਹਾਡੇ ਕੋਲ ਇਲੈਕਟ੍ਰੋਨਿਕ ਮੀਡੀਆ ਪੱਛਮ ਨੇ ਤੁਹਾਡੇ ਬੱਚਿਆਂ 'ਤੇ ਕਿਵੇਂ ਅਟੈਕ ਕੀਤਾ, ਕਿਵੇਂ ਬੰਦਾ ਪਰਿਵਾਰ ਤੋਂ ਨਿਖੜ ਕੇ ਇਕੱਲਾ ਇਕੱਲਾ ਜਿਹਾ ਬਣ ਗਿਆ। ਇੱਕ ਬੜੇ ਵੱਡੇ ਸਾਡੇ ਅਟੈਕ ਸੀ ਜਿਹਦੇ ਨਾਲ ਕੀ ਹੋਇਆ ਕਿ ਇਹ ਗੱਲ ਮੈਂ ਬੜੀ ਵਾਰੀ ਸੋਚਦਾ, ਬੜੀ ਵਾਰੀ ਕਹਿੰਦਾ ਕਿ 2400 ਸਾਲ ਦਾ ਇਤਿਹਾਸ ਇੱਕ ਪਾਸੇ ਆ, ਵੀ ਦੁਨੀਆ ਭਰ ਦੇ ਲੋਕ ਜਿਹੜੇ ਆ ਨਾ ਉਹ ਹਿੰਦੁਸਤਾਨ 'ਚ ਆਉਂਦੇ ਆ, ਚਾਹੇ ਲੁੱਟਣ ਹੀ ਆਉਂਦੇ ਆ, ਇੱਥੇ ਰਹਿ ਵੀ ਜਾਂਦੇ ਆ। 2400 ਸਾਲ ਦਾ ਇਤਿਹਾਸ ਹੈ ਅਤੇ 70 ਸਾਲਾਂ 'ਚ ਸਾਡਾ ਹਾਲ ਕੀ ਹੋ ਗਿਆ ਵੀ ਸਾਡੇ ਕੋਲ ਆਪਣੇ ਬੱਚਿਆਂ ਵਾਸਤੇ ਰੋਜੀ ਰੋਟੀ ਹੈ ਨਹੀਂ ਇੱਥੇ। ਇਹ ਕਿੱਡਾ ਵੱਡਾ ਇੱਕਦਮ ਖਿਲਾਅ ਆਇਆ, ਕਿੱਡਾ ਵੱਡਾ ਬਦਲਾਅ ਆਇਆ। ਅੱਜ ਜਿਹੜਾ ਬੱਚਿਆਂ ਦਾ ਪ੍ਰਵਾਸ ਐਡੀ ਵੱਡੀ ਸਮੱਸਿਆ ਬਣੀ ਪਈ ਆ। ਭਾਈ ਪੜ੍ਹੇ ਲਿਖੇ ਸਿਆਣੇ ਬੰਦੇ, ਫਿਊਚਰ ਨਜ਼ਰ ਨਹੀਂ ਆਉਂਦਾ, ਬੱਚੇ ਬਾਹਰ ਘੱਲਣੇ ਜੀ ਬਸ, ਹੋਰ ਕੋਈ ਦੂਜਾ ਬਦਲ ਹੀ ਕੋਈ ਨਹੀਂ ਹੈਗਾ।
ਸੋ ਜਿਸ ਤਰ੍ਹਾਂ ਇੱਕਦਮ ਸਾਡੀ ਐਜੂਕੇਸ਼ਨ ਨੂੰ ਡਾਊਨਫਾਲ ਹੋਇਆ ਇੱਕਦਮ, ਸਕੂਲਾਂ ਦਾ, ਸਰਕਾਰੀ ਦਾ, ਕਾਲਜਾਂ ਦਾ, ਯੂਨੀਵਰਸਿਟੀ ਦਾ ਜੋ ਹਾਲ ਹੈ। ਸੋ ਜਿੰਨੀ ਕੰਪਲੈਕਸ ਹੁਣ ਲਾਈਫ ਹੋਈ ਨਾ, ਉਸ ਕੰਪਲੈਕਸਿਟੀ ਨੂੰ ਫੜਨਾ ਹਰ ਕਹਾਣੀਕਾਰ ਦਾ ਵੱਸ ਦੀ ਗੱਲ ਨਹੀਂ ਹੈਗੀ। ਸਿੰਪਲ ਤੁਸੀਂ ਸੰਦੇਸ਼ਮਈ ਕਹਾਣੀਆਂ ਲਿਖ ਕੇ ਨਹੀਂ ਗੱਲ ਬਣਨੀ। ਹੁਣ ਇਹ ਦੋਵੇਂ ਹੀ ਦੇਖੋ, ਜਿਹੜੀਆਂ ਕਹਾਣੀਆਂ ਦੀਆਂ ਕਿਤਾਬਾਂ, ਜਿਹੜੇ ਉਹਨਾਂ ਦੇ ਸਿਰਲੇਖ ਹੈ ਨਾ ਦੋਵੇਂ, ਇਹ ਬੜੇ ਕਮਾਲ ਦੇ, ਕਿ ਵਾਕਈ ਇਹ ਜਿਹੜੀ ਸਾਡੀ ਸਮੇਂ ਦੀ ਜ਼ਿੰਦਗੀ ਹੈ ਨਾ ਅੱਜ ਦੀ, ਉਹਨੂੰ ਫੜਨ ਦੇ ਦੋਵੇਂ। ਕਿ ਇੱਕ ਤਾਂ ਫੁੱਲਾਂ ਦੀ ਫਸਲ ਹੈ ਕਿ ਭਾਈ ਸਾਡੇ ਬੱਚਿਆਂ ਦਾ ਫੁੱਲਾਂ ਦਾ ਕੀ ਬਣੂਗਾ, ਇਹਨਾਂ ਨੂੰ ਕਿਵੇਂ ਬਚਾਉਣਾ, ਕਿੱਥੇ ਲਾਉਣਾ, ਕੀ ਕਰੋਗੇ ਤੁਸੀਂ। ਅਤੇ ਦੂਜੀ ਜਿਹੜੀ ਆ ਹਾਰੀ ਨਾ ਬਚਨਿਆ, ਇਹ ਹੋਰ ਵੀ ਮੁੱਲਵਾਨ ਹੈ ਕਿ ਭਾਈ ਦੇਖੋ ਇਹ ਪੰਜਾਬ ਆ, ਗੁਰੂਆਂ ਪੀਰਾਂ ਦੀ ਧਰਤੀ ਆ, ਲਾਈਫ ਇੱਥੋਂ ਹੀ ਪ੍ਰਫੁੱਲਤ ਹੋਈ ਸਾਰੇ ਪਾਸੇ। ਔਰ ਇਹ ਸਾਡਾ ਇਤਿਹਾਸ ਰਿਹਾ, ਕਹਿੰਦੇ ਕਦੇ ਵੀ 25 ਸਾਲ ਕਦੇ ਸ਼ਾਂਤ ਨਹੀਂ ਰਿਹਾ ਪੰਜਾਬ ਇਤਿਹਾਸ, ਕਦੇ 25 ਸਾਲ ਟੇਕੇ ਨਹੀਂ ਬੈਠਾ। 25 ਸਾਲਾਂ ਦੇ ਵਿੱਚ ਕੋਈ ਨਾ ਕੋਈ ਬਾਹਰੋਂ ਆ ਜਾਂਦਾ ਰਿਹਾ ਹਮਲਾਵਰ, ਅਤੇ ਫਿਰ ਦਗੜ ਹੁੰਦੀ, ਫਿਰ ਕੋਈ ਨਾ ਕੋਈ ਬੁਰਾਈ ਆ ਗਈ, ਫਿਰ ਇੰਝ ਹੀ ਹੁੰਦਾ ਰਿਹਾ। ਆ ਸਾਡੇ ਤਾਂ 70 ਸਾਲ ਆਜ਼ਾਦੀ ਤੋਂ ਬਾਅਦ ਵੀ ਵੇਖ ਲਓ 25 ਸਾਲ ਕਿੱਥੇ ਟਿਕੇ ਆਪਾਂ। ਕਦੇ ਤਾਂ 75 ਵਾਲੀ ਐਮਰਜੈਂਸੀ ਲੱਗ ਗਈ, ਕਦੇ ਫਿਰ ਆ ਸਾਰਾ ਖਾਲਿਸਤਾਨੀ ਮੂਵਮੈਂਟ ਚੱਲ ਗਈ, ਹੁਣ ਆ ਬੜਾ ਵੱਡਾ ਜਿਹੜਾ ਘੋਲ ਹੈ ਕਿਸਾਨੀ ਚੱਲ ਰਿਹਾ। ਸੋ ਭਾਈ ਜੇ ਹਾਲਾਤ ਮਾੜੇ ਬਣੇ ਤਾਂ ਆਪਾਂ ਨੂੰ ਸੱਚੀ ਮੁੱਚੀ ਸੋਚਣਾ ਪਊ ਵੀ ਮਾੜੇ ਬਣੇ ਆ। ਕਿਉਂਕਿ ਜੇ ਮੈਂ ਕੱਲ੍ਹ ਪਰਸੋਂ ਅਸਲ 'ਚ ਨਾ 2-3 ਵੀਡੀਓ ਵੇਖ ਲਈਆਂ ਕਿ ਕੋਈ ਬੱਚੇ ਆ ਬਾਹਰ ਬੈਠੇ ਆ ਅਤੇ ਮਾਂ-ਬਾਪ ਇੱਥੇ ਆ, ਬਿਮਾਰ ਆ, ਕੋਈ ਦਵਾਈ ਦੇਣ ਵਾਲਾ ਵੀ ਨਹੀਂ, ਡੈਥ ਹੋ ਜਾਂਦੀ ਆ ਤਾਂ ਸੰਸਕਾਰ 'ਤੇ ਨਹੀਂ ਆਇਆ ਜਾਂਦਾ ਉੱਧਰੋਂ, ਅਜੇ ਉਹਦੀ ਪੜ੍ਹਾਈ ਨਹੀਂ ਪੂਰੀ ਹੋਈ, ਅਜੇ ਜੀ ਉਹਦਾ ਪੱਕਾ ਨਹੀਂ ਹੋਇਆ, ਜੀ ਉਹ ਨਹੀਂ ਹੋਇਆ, ਜੀ ਨਹੀਂ ਹੋਇਆ, ਹੈ ਨਾ। ਭਾਵੇਂ ਸਾਡੇ ਕੋਲ ਸਾਰੇ ਜਿਹੜੇ ਇਲੈਕਟ੍ਰੋਨਿਕ ਦੇ ਸਾਧਨ ਰੋਜ਼ ਅਸੀਂ ਗੱਲ ਕਰ ਲੈਂਦੇ, ਵੇਖ ਲੈਂਦੇ, ਪਰ ਜਿਹੜੀ ਤਸੱਲੀ ਇੱਕ ਧੀ ਪੁੱਤਰ ਕੋਲ ਆ, ਉਹ ਆ ਨਾ ਤਸੱਲੀ, ਉਹ ਉਸ ਤਰ੍ਹਾਂ ਨਹੀਂ ਆਉਂਦੀ ਹੈਗੀ। ਸੋ ਸਰਕਾਰਾਂ ਨਾਲ ਲੜਨਾ ਪੈਣ ਡਿਆ ਕਿ ਭਾਈ ਸਾਡੇ ਬੱਚਿਆਂ ਨੂੰ ਇੱਕ ਚੰਗੀ ਜ਼ਿੰਦਗੀ ਦਿਓ। ਇੱਕ ਬੜਾ ਵੱਡਾ ਉਹ ਸੀਗਾ, ਹਮਲਾ ਸੀਗਾ ਪੰਜਾਬ ਦੀ ਸਾਰੀ ਆਰਥਿਕਤਾ ਦੇ ਉੱਤੇ, ਕਿਸਾਨੀ ਦੇ ਜਿਹੜੇ 3 ਕਾਨੂੰਨ ਸੀਗੇ। ਪਰ ਇਹ ਆ ਵੀ ਲੋਕ ਲੜੇ ਉਹਦੇ ਖਿਲਾਫ, ਇੱਕ ਸਾਂਝੀ ਮੂਵਮੈਂਟ ਬਣਾ ਕੇ ਲੜੇ ਆ ਕਿ ਭਾਈ ਜ਼ਿੰਦਗੀ ਰਹਿਣ ਦਿਓ। ਤਾਂ ਉਹਦੇ 'ਚ ਹਾਰੀ ਨਾ ਬਚਨੇ ਆ ਜਿਹੜਾ ਨਾ ਇੱਕ ਬੜਾ ਵੱਡਾ ਸੰਦੇਸ਼ ਹੈ ਕਿ ਭਾਈ ਲੜਨਾ ਪੈਣਾ ਅਤੇ ਹਾਰਨਾ ਨਹੀਂ ਹੈਗਾ। ਕੋਈ ਗੱਲ ਨਹੀਂ, ਡਿੱਗ ਪਏ ਆ ਜਾਂ ਕੁਛ ਵੀ ਹੋ ਗਿਆ ਨਾ, ਆਪਾਂ ਜਿੱਤਣਾ। ਸੋ ਇਹੋ ਜਿਹੇ ਜਿਹੜਾ ਸਾਡੇ ਕੋਲ, ਚਾਹੇ ਇਹਦੀ ਪਰਤ 'ਚ ਬੜੀਆਂ ਲੜਾਈਆਂ ਨੇ, ਮੈਂ ਤਾਂ ਗੱਲ ਉਹ ਕਰਤੀ ਜਿਹੜੀ ਆਮ ਇੱਕ ਲੜਾਈ ਹੈ, ਜਾਤ ਪਾਤ ਦੀ ਲੜਾਈ ਆ, ਹੋਰ ਕਈ ਕਿਸਮ ਦੀਆਂ ਲੜਾਈਆਂ, ਠੀਕ ਹੈ ਨਾ। ਸੋ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਕਹਾਣੀਕਾਰ ਜਦੋਂ ਸਨਮਾਨਿਤ ਹੁੰਦੇ ਆ ਤਾਂ ਮੈਂ ਸਮਝਦਾ ਕਿ ਇਹ ਪੰਜਾਬੀ ਜੀਵਨ ਦਾ, ਪੰਜਾਬੀ ਸਾਹਿਤ ਦਾ ਜਿਹੜਾ ਨਾ ਪ੍ਰਫੁੱਲਤ ਹੋਣਾ ਜਾਰੀ ਰਹੇਗਾ। ਉਹਦੇ ਲਈ ਇੱਕ ਸ਼ੁਭ ਸ਼ਗਨ ਹੈ ਕਿ ਆਪਾਂ ਭਾਈ ਇਹੋ ਜਿਹੇ ਕਹਾਣੀਕਾਰਾਂ ਨੂੰ, ਇਹੋ ਜਿਹੇ ਸਾਹਿਤ ਨੂੰ ਸਨਮਾਨਿਤ ਕਰੀਏ। ਕਿਉਂਕਿ ਜਿਹੜੇ ਸ਼ਬਦ ਨੇ ਨਾ, ਦੇਖੋ ਸ਼ਬਦਾਂ ਨੇ ਜ਼ਿੰਦਗੀ ਨੂੰ ਕੋਈ ਨਾ ਕੋਈ ਦਿਸ਼ਾ ਦੇਣੀ ਹੁੰਦੀ ਆ, ਸ਼ਬਦਾਂ ਨੇ ਬੜਾ ਵੱਡਾ ਆਸਰਾ ਬਣਨਾ ਹੁੰਦਾ। 2 ਸ਼ਬਦਾਂ ਦੀਆਂ ਜਿਹੜੀਆਂ ਨਾ ਗੱਲਾਂ ਮੈਂ ਬੜੀ ਵਾਰੀ ਕਈਆਂ ਕਲਾਸਾਂ 'ਚ, ਕਿ ਸਾਡੇ ਕੋਲ ਦੇਖੋ ਨਾ ਗੁਰੂ ਗ੍ਰੰਥ ਸਾਹਿਬ ਸ਼ਬਦ ਹੀ ਆ, ਹੋਰ ਕੀ ਆ, ਸ਼ਬਦ ਗੁਰੂ ਬਣ ਗਿਆ। ਅਤੇ 800 ਸਾਲ ਤੱਕ ਧਾੜਵੀ ਆਉਂਦੇ ਰਹੇ ਉੱਧਰੋਂ। 1799 'ਚ ਖਾਲਸਾ ਪੰਥ ਸਾਜਿਆ ਅਤੇ 1899 'ਚ ਮੁਗਲ ਬੰਦ ਕਰਤੇ। ਇਹ ਸ਼ਬਦਾਂ ਦੀ ਸ਼ਕਤੀ ਸੀ ਸਿੱਖਾਂ 'ਚ। ਇੱਕ 100 ਸਾਲ 'ਚ ਜਿਹੜਾ 800 ਸਾਲ ਦਾ ਵਹਿਣ ਸੀ ਨਹੀਂ ਰੁਕਦਾ, 100 ਸਾਲ 'ਚ ਰੋਕਤਾ ਉਹਨਾਂ ਨੇ, ਕਿਉਂਕਿ ਸ਼ਬਦਾਂ ਨੇ ਸ਼ਕਤੀ ਐਸੀ ਦਿੱਤੀ ਸਿੱਖਾਂ ਨੂੰ। ਇਸੇ ਤਰ੍ਹਾਂ ਸਾਡੇ ਕੋਲ ਵੇਖੋ ਨਾ, ਜਰਮਨੀ ਤੋਂ ਵਿਚਾਰਾ ਉੱਜੜ ਕੇ ਜਾ ਕੇ ਇੰਗਲੈਂਡ ਦੀ ਲਾਇਬ੍ਰੇਰੀ 'ਚ ਬਹਿ ਕੇ ਕਾਰਲ ਮਾਰਕਸ ਲਿਖਣ ਡਿਆ। ਉਹ ਕੀ ਲਿਖਤਾ ਉਹਨੇ 2-4 ਕਿਤਾਬਾਂ, ਸਾਰੇ ਸੰਸਾਰ ਨੂੰ ਉਲਟਾ ਪੁਲਟਾ ਕਰਤਾ। ਕੋਈ ਆਈ ਇਹ ਮਜ਼ਦੂਰ ਵੀ ਰਾਜ ਕਰ ਸਕਦੇ, ਏਡੀ ਕਿਹੜੀ ਗੱਲ ਹੈ। ਕਿੱਡੀ ਤਕੜੀ ਸ਼ਕਤੀ ਹੈ ਸਾਡੇ ਕੋਲ ਸ਼ਬਦਾਂ ਦੀ। 2 ਸਾਹਮਣੇ ਉਦਾਹਰਨਾਂ ਨੇ। ਸੋ ਇਹ ਜਿਹੜੀਆਂ ਸਾਹਿਤ ਆ, ਇਹ ਐ ਨਹੀਂ ਆ ਜਦੋਂ ਕੋਈ ਦਿਲੋਂ ਲਿਖਦਾ ਨਾ, ਵੱਡੀ ਗੱਲ ਆ। ਸੁਖਪਾਲ ਹੋਣ ਬਾਰੇ ਮੈਂ ਪੜ੍ਹਨ ਦਿਆ ਸੀ ਲਿਖੇ ਬਾਰੇ ਕਿ ਭਾਈ ਸੇਧ ਮਿਲ ਜੇ ਜੇ ਅਤੇ ਸਹੀ ਢੰਗ ਨਾਲ ਸਮਝ ਕੇ ਲਿਖਿਆ ਜਾ। ਬੜੀ ਆ ਵੀ ਜ਼ਿੰਦਗੀ 'ਚ ਮੈਂ ਕਦੇ ਇੱਧਰ ਨੂੰ ਗਿਆ, ਕਦੇ ਉੱਧਰ ਨੂੰ ਗਿਆ, ਪਰ ਮੇਰੇ ਰੂਹ ਦਾ ਕੰਮ ਕੀ ਸੀ, ਹੌਲੀ ਹੌਲੀ ਜਾ ਕੇ ਕਹਿੰਦੇ ਮੈਨੂੰ ਸਮਝ ਲੱਗ ਗਈ ਵੀ ਆਹ ਕੰਮ ਹੈ ਅਸਲ 'ਚ, ਕਹਾਣੀ ਲਿਖਣਾ ਮੈਂ। ਤਾਂ ਜਦੋਂ ਰੂਹ ਤੋਂ ਲਿਖਿਆ ਜਾਏਗਾ ਨਾ, ਸਮਝ ਕੇ ਲਾਈਫ ਨੂੰ ਲਿਖਿਆ ਜਾਏਗਾ, ਤਾਂ ਉਹ ਲੋਕ ਉਹਨੂੰ ਪਸੰਦ ਵੀ ਕਰਨਗੇ, ਲੋਕ ਪੜ੍ਹਨਗੇ, ਲੋਕ ਸਿੱਖਣਗੇ ਵੀ ਉਹਦੇ ਤੋਂ। ਇਹ ਨਹੀਂ ਆ ਵੀ ਅਜੇ ਬੜੇ ਐਡੇ ਸਿਆਣੇ, ਸਾਨੂੰ ਲੋੜ ਨਹੀਂ। ਸਾਹਿਤ ਹਮੇਸ਼ਾ ਹੀ ਲੋੜ ਬਣਦਾ ਬੰਦੇ ਦੀ, ਹਰ ਪੀੜ੍ਹੀ ਦੀ ਲੋੜ ਬਣਦਾ, ਉਹਨੂੰ ਕੋਈ ਨਾ ਕੋਈ ਦਿਸ਼ਾ ਦੇਣੀ ਹੁੰਦੀ ਸਾਹਿਤ ਨੂੰ। ਸੋ ਇਹ ਦਿਸ਼ਾ ਦੇਣ ਵਾਲੇ ਸਾਹਿਤਕਾਰ ਆ, ਦਿਸ਼ਾ ਦੇਣ ਵਾਲਾ ਸਾਹਿਤ ਆ। ਮੈਂ ਦੋਵਾਂ ਸਾਹਿਤਕਾਰਾਂ ਨੂੰ ਅਤੇ ਵਿਸ਼ੇਸ਼ ਤੌਰ 'ਤੇ ਸਾਡੇ ਵੱਡੇ ਬੈਠੇ ਆ ਗਿੱਲ ਸਾਹਿਬ, ਕਿਉਂਕਿ ਇਹਨਾਂ ਦੀ ਕਹਾਣੀ ਮੈਂ ਬੜੀ ਵਾਰੀ ਪੜ੍ਹੀ ਆ ਅਤੇ ਉਹ ਮੈਨੂੰ ਲੱਗਦਾ ਹੁੰਦਾ ਵੀ ਪੰਜਾਬ ਦੇ ਅੰਦਰ ਵੀ ਕਈ ਪੰਜਾਬ ਨੇ, ਅਤੇ ਜਿਹੜਾ ਸੂਬੇ ਜਿਹੜਾ ਸਾਡਾ ਬਾਰਡਰ ਦੇ ਕੰਢੇ ਦਾ ਪੰਜਾਬ ਹੈ ਨਾ, ਅਸੀਂ ਨਹੀਂ ਉਹਦੇ ਬਾਰੇ ਜਾਣਦੇ।
ਜਦੋਂ ਕਹਾਣੀਆਂ ਪੜ੍ਹਦੇ ਮੁਖਤਾਰ ਗਿੱਲ ਦੀਆਂ ਪਤਾ ਫਿਰ ਲੱਗਦਾ ਕਿ ਭਈ ਉਹ ਬਾਰਡਰ ਦੇ ਕੰਢੇ ਦੇ ਲੋਕ ਜਿਹੜੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਆ, ਉਹ ਕਿਵੇਂ ਆਸ ਰੱਖਦੇ ਆ ਕਿ ਅਸੀਂ ਵੀ ਜਿਹੜੀ ਆ ਮੇਨ ਸਟਰੀਮ 'ਚ ਆਈਏ। ਸੋ ਇਹੋ ਜਿਹੀਆਂ ਕਹਾਣੀਆਂ ਲਿਖਣ ਵਾਲੇ ਵਿਦਵਾਨ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ, ਤੇ ਸਰਗੀ ਦੇ ਪੂਰੇ ਪਰਿਵਾਰ ਨੂੰ ਸਰਗੀ ਦਾ ਬਹੁਤ ਧੰਨਵਾਦ। ਐਡਾ ਸੋਹਣਾ ਸਮਾਗਮ ਕਰਦੇ ਆ। ਇਹ ਮੈਂ ਤੀਜਾ ਸਮਾਗਮ ਇੱਕ ਸਾਲ ਦੇ ਵਿੱਚ ਵੇਖ ਲਿਆ ਜਿਹੜਾ ਇੱਕ ਸਾਹਿਤਕ ਸਮਾਗਮ ਨੂੰ ਇੱਕ ਫੈਮਿਲੀ ਦੇ ਵਿੱਚ ਰਹਿ ਕੇ ਪ੍ਰੋਗਰਾਮ ਕਰਦੇ। ਇਹ ਬਹੁਤ ਵਧੀਆ ਗੱਲ ਹੈ, ਆਪਣੇ ਘਰ 'ਚ ਪ੍ਰੋਗਰਾਮ ਕਰਦੇ, ਨਾਲੇ ਤਾਂ ਆਪਣੇ ਵੱਡਿਆਂ ਨੂੰ ਯਾਦ ਕਰਦੇ ਇਸੇ ਬਹਾਨੇ, ਨਾਲੇ ਸਾਹਿਤਕਾਰ ਸਾਰੇ ਇਸ ਤਰ੍ਹਾਂ। ਇਹ ਤੀਜਾ ਪ੍ਰੋਗਰਾਮ ਫਤਿਹਗੜ੍ਹ ਚੂੜੀਆਂ ਸੁੱਚਾ ਸਿੰਘ ਰੰਧਾਵਾ ਹੋਰੀ ਉਹ ਵੀ ਇਸ ਤਰ੍ਹਾਂ ਆਪਣੇ ਘਰ ਪ੍ਰੋਗਰਾਮ ਕਰਦੇ, ਬੜਾ ਵਧੀਆ। ਇੱਕ ਪਿੱਛੇ ਜੇ ਆਪਾਂ ਅਜਨਾਲੇ ਵੀ ਦੇਖ ਕੇ ਆਏ ਹਾਂ। ਸੋ ਇੱਕ ਵਾਰੀ ਫੇਰ ਜਿੱਥੇ ਚੇਤਨ ਹੋਰਾਂ ਨੂੰ ਸਜਦਾ, ਉਹਨਾਂ ਦੇ ਪਰਿਵਾਰ ਨੂੰ ਕੀ ਕਹਾਂ ਵੀ ਇੱਕ ਸ਼ਾਬਾਸ਼ ਆ, ਇਹ ਬਹੁਤ ਵਧੀਆ ਕੰਮ ਕਰਨ ਦੇ। ਤੇ ਉੱਥੇ ਹੀ ਅਸੀਂ ਚਾਹੇ ਪਿਛਲੇ ਸਾਡੇ ਜੇਤੂ ਆਏ ਆ ਤ੍ਰਿਪਤਾ ਜੀ ਤੇ ਨਵੇਂ ਦੋਵੇਂ ਤਿੰਨੇ ਸਾਹਿਤਕਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਥੈਂਕ ਯੂ ਜੀ। ਦੋਸਤੋ, ਅੱਜ ਆਪਾਂ ਚੇਤਨ ਕਥਾ ਪੁਰਸਕਾਰ ਦੇ ਵਿੱਚ ਇਕੱਤਰ ਹੋਏ ਹਾਂ। ਬਹੁਤ ਚੰਗਾ ਮੌਕਾ ਹੈ ਕਿ ਇਹ ਜਿਹੜੇ ਗਲਪ ਨੂੰ ਸਮਰਪਿਤ ਜਿਹੜੇ ਸਨਮਾਨ ਆ ਸ਼ੁਰੂ ਹੋਏ ਨੇ। ਗਲਪ ਦੀ ਗੱਲ ਹੋਣ ਲੱਗੀ ਹੈ, ਕਹਾਣੀ ਦੀ ਗੱਲ ਹੋਣ ਲੱਗੀ ਹੈ। ਮੈਂ ਜਿਹੜੇ ਤਿੰਨੇ ਹੀ ਸਨਮਾਨਿਤ ਜਿਹੜੀਆਂ ਸ਼ਖਸੀਅਤਾਂ ਆ, ਮੁਖਤਾਰ ਗਿੱਲ ਜੀ, ਗੁਰਮੀਤ ਕੜਿਆਲਵੀ ਜੀ ਅਤੇ ਆਪਣੇ ਸੁਖਪਾਲ ਥਿੰਦ ਜੀ ਨੂੰ ਵਧਾਈ ਦਿੰਦਾ ਹਾਂ। ਅਤੇ ਨਾਲ ਹੀ ਇਹ ਵੀ ਆਸ ਕਰਦਾ ਕਿ ਉਹ ਜਿਸ ਤਰ੍ਹਾਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜ਼ਿੰਮੇਵਾਰੀ ਵੀ ਇੱਕ ਬਣ ਜਾਂਦੀ ਵੀ ਅਸੀਂ ਸਾਡੇ 'ਤੇ ਫੇਥ ਕੀਤਾ ਪਾਠਕਾਂ ਨੇ, ਅਸੀਂ ਇਸ ਤੋਂ ਵੀ ਚੰਗੀ ਕਹਾਣੀ ਲਿਖੀਏ। ਮੁਖਤਾਰ ਗਿੱਲ ਜੀ ਜਿਹੜੇ ਬੜੇ ਸਾਡੇ ਸੀਨੀਅਰ ਕਹਾਣੀਕਾਰ ਨੇ, ਅਸੀਂ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਹੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਮੈਨੂੰ ਯਾਦ ਹੈ ਜਦੋਂ ਅਸੀਂ 90 ਦੇ ਆਸ-ਪਾਸ ਕਹਾਣੀ ਲਿਖਣੀ ਸ਼ੁਰੂ ਕੀਤੀ ਤਾਂ ਮੁਖਤਾਰ ਗਿੱਲ ਹੁਣੀ ਬਹੁਤ ਸੀਨੀਅਰ ਸੀ ਕਹਾਣੀਕਾਰ। ਮੁਖਤਾਰ ਗਿੱਲ, ਪ੍ਰੇਮ ਗੋਰਖੀ, ਚੇਤਨ ਅਤੇ ਹੋਰ ਉਹਨਾਂ ਦੇ ਜਿਹੜੇ ਸਮਕਾਲੀ ਕਹਾਣੀਕਾਰ ਸੀ, ਵਰਿਆਮ ਸੰਧੂ ਸੀ, ਪ੍ਰੇਮ ਪ੍ਰਕਾਸ਼ ਸੀ, ਵਿਰਦੀ ਸੀ, ਰਘਵੀਰ ਢੱਡ ਸੀ, ਉਹਨਾਂ ਦੀਆਂ ਕਹਾਣੀਆਂ ਅਸੀਂ ਪੜ੍ਹੀਆਂ ਅਤੇ ਅਸੀਂ ਸੋਚਿਆ ਵੀ ਇਹ ਕਿਸ ਤਰ੍ਹਾਂ ਕਿਸਮ ਦੀਆਂ ਕਹਾਣੀਆਂ ਲਿਖਦੇ ਸੀ। ਅਤੇ ਫਿਰ ਅਸੀਂ ਵੀ ਉਸ ਕਿਸਮ ਦੀਆਂ ਜਿਹੜੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਉਹਨਾਂ ਤੋਂ ਇਹਨਾਂ ਨੇ ਸਾਨੂੰ ਮਾਰਗਦਰਸ਼ਨ ਦਿੱਤਾ ਇੱਕ ਕਿਸਮ ਦਾ। ਅਤੇ ਮੈਨੂੰ ਯਾਦ ਹੈ ਵੀ ਜਦੋਂ ਅਸੀਂ 90 ਦੇ ਆਸ-ਪਾਸ ਕਹਾਣੀ ਮੈਂ ਲਿਖਣੀ ਸ਼ੁਰੂ ਕੀਤੀ ਅਤੇ ਆਪਣੇ ਸਾਡੇ ਗੁਰਮੀਤ ਕੜਿਆਲਵੀ ਵੀ ਇਸੇ ਹੀ 90 ਦੇ ਆਸ-ਪਾਸ ਹੀ ਕਹਾਣੀ ਦੇ ਖੇਤਰ ਵਿੱਚ ਆਏ। ਉਹਨਾਂ ਦਿਨਾਂ ਵਿੱਚ ਸਾਡੀਆਂ ਕਿਤਾਬਾਂ ਛਪੀਆਂ ਅਤੇ ਮੈਂ ਦੇਖਦਾ ਵੀ ਗੁਰਮੀਤ ਕੜਿਆਲਵੀ ਦਾ ਜਿਹੜਾ ਵਿਕਾਸ ਦਾ ਜਿਹੜਾ ਗਰੋਥ ਆ ਹੁਣ ਤੱਕ ਜਿਹੜਾ ਆ ਲਗਾਤਾਰ ਵਿਕਾਸ ਕਰਦਾ ਆ ਰਿਹਾ ਅਤੇ ਇਹ ਬਹੁਤ ਮੁਸ਼ਕਲ ਕੰਮ ਹੁੰਦਾ ਹੈ ਵੀ ਜਦੋਂ ਤੁਸੀਂ ਇੱਕ ਕਿਤਾਬ ਤੁਹਾਡੀ ਆ ਜਾਂਦੀ ਹੈ ਅਤੇ ਫਿਰ ਤੁਸੀਂ ਦੇਖਣਾ ਹੁੰਦਾ ਵੀ ਅਗਲੀਆਂ ਜਿਹੜੀਆਂ ਅਸੀਂ ਕਹਾਣੀਆਂ ਲਿਖਣੀਆਂ ਉਹ ਕਿਸ ਕਿਸਮ ਦੀਆਂ ਲਿਖਣੀਆਂ, ਉਹ ਰਿਪੀਟ ਤਾਂ ਨਹੀਂ ਕਰਨਾ ਜਾਂ ਸਾਡੇ ਕੋਲ ਖੜੋਤ ਨਹੀਂ ਆ ਗਈ, ਵਿਕਾਸ ਦੇਖਣਾ ਪਾਠਕਾਂ ਨੇ। ਇਹ ਬਹੁਤ ਚੰਗੀ ਗੱਲ ਹੈ ਵੀ ਗੁਰਮੀਤ ਕੜਿਆਲਵੀ ਦੀ ਜਿਹੜੀ ਕਹਾਣੀ ਨੇ ਜਦੋਂ ਵੀ ਉਹਦੀ ਕਿਤਾਬ ਆਉਂਦੀ ਹੈ ਅਤੇ ਇੱਕ ਵਿਕਾਸ ਸਾਨੂੰ ਦਿਸਦਾ ਵੀ ਇਸ ਕਥਾਕਾਰ ਨੇ ਇੱਕ ਵਿਕਾਸ ਕੀਤਾ ਹੈ। ਇੱਕ 3 ਦਹਾਕਿਆਂ ਦਾ ਜਿਹੜਾ ਪੀਰੀਅਡ ਆ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਵੀ ਗੁਰਮੀਤ ਕੜਿਆਲਵੀ ਨੇ ਪੰਜਾਬੀ ਕਹਾਣੀ ਦੇ ਵਿੱਚ ਬਹੁਤ ਹੀ ਜ਼ਿਕਰਯੋਗ ਜਿਹੜੀਆਂ ਕਹਾਣੀਆਂ ਸਾਨੂੰ ਦਿੱਤੀਆਂ। ਮੈਂ ਨਹੀਂ ਕਹਿੰਦਾ ਯਾਨੀ ਕਿ ਜਿਹੜਾ ਸਮਾਂ ਹੁੰਦਾ ਹੈ, ਚੰਗੀ ਜਿਹੜੀ ਰਚਨਾ ਹੁੰਦੀ ਹੈ, ਸਮੇਂ ਦੀ ਜਿਹੜੀ ਚੰਗੀ ਰਚਨਾ ਹੁੰਦੀ ਹੈ ਉਹ ਆਪਣੇ ਆਪ ਹੀ ਉੱਭਰ ਕੇ ਸਾਹਮਣੇ ਆ ਜਾਂਦੀ ਹੈ। ਸਮਾਂ ਇੱਕ ਇਸ ਤਰ੍ਹਾਂ ਦਾ ਇੱਕ ਮੈਂ ਕਹਿੰਦਾ ਹੁੰਦਾ ਵੀ ਛਾਨਣਾ ਹੁੰਦਾ ਹੈ, ਮੋਟਾ ਛਾਨਣਾ ਹੁੰਦਾ ਹੈ ਜਿਸ ਦੇ ਵਿੱਚ ਛਣ ਕੇ ਜਿਹੜੀ ਹੈ ਵਧੀਆ ਜਿਹੜੀ ਸੋਲਿਡ ਜਿਹੜੀ ਚੀਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਹੈ। ਜਿਹੜੀਆਂ ਬਰੀਕ ਕਮਜ਼ੋਰ ਛੋਟੀਆਂ ਜਿਹੜੀਆਂ ਰਚਨਾਵਾਂ ਹੁੰਦੀਆਂ ਉਹ ਥੱਲੇ ਚਲ ਜਾਂਦੀਆਂ, ਜ਼ਮੀਨ ਦੇ ਉੱਪਰ ਚਲ ਜਾਂਦੀਆਂ। ਅਤੇ ਗੁਰਮੀਤ ਕੜਿਆਲਵੀ ਦੀਆਂ ਜਿਹੜੀਆਂ 7-8 ਜਿਹੜੀਆਂ ਕਹਾਣੀਆਂ ਆ ਅਸੀਂ ਇੱਕ ਕਲਾਸਿਕ ਕਿਸਮ ਦੀਆਂ ਜਿਹੜੀਆਂ ਕਹਾਣੀਆਂ ਨੂੰ ਕਹਿ ਸਕਦੇ ਹਾਂ। ਤੁਹਾਨੂੰ ਯਾਦ ਹੀ ਹੈ ਢਾਲ ਹੈ, ਆਪਣੇ ਆਤੂ ਖੋਜੀ ਹੈ ਅਤੇ ਹੱਡਾ ਰੋੜੀ ਅਤੇ ਰੇਹੜੀ, ਹਾਂ ਇਸ ਤਰ੍ਹਾਂ ਦੀਆਂ ਕਈ ਹੋਰ ਕਹਾਣੀਆਂ ਨੇ। ਅਤੇ ਇਹ ਜਿਹੜਾ ਸਨਮਾਨ ਜਿਹੜਾ ਮਿਲਿਆ ਇਹ ਹਾਰੀ ਨਾ ਬਚਨਿਆਂ ਨੂੰ, ਇੱਕ ਉਹਦੀ ਜਿਹੜੀ ਵਿਕਾਸ ਯਾਤਰਾ ਨੂੰ ਮੈਂ ਕਹਿੰਦਾ ਮਿਲਿਆ। ਉਹਨੇ ਜਿਹੜੀ ਇੱਕ ਲਗਾਤਾਰ ਵਿਕਾਸ ਕੀਤਾ, ਲਗਾਤਾਰ ਕਹਾਣੀ ਉਹਦੀ ਗਰੋਥ ਕੀਤੀ ਹੈ, ਗਰੋਥ ਹੋਈ ਹੈ ਉਹਦੀ ਕਹਾਣੀ ਦੀ।
ਤੇ ਉਹਨੂੰ ਇਹ ਸਨਮਾਨ ਮਿਲਿਆ ਹਾਰੀ ਨਾ ਬਜਨਿਆ। ਤੇ ਮੈਂ ਇਹ ਵੀ ਅਸੀਂ ਆਸ ਕਰਦੇ ਹਾਂ ਵੀ ਉਹ ਭਵਿੱਖ ਦੇ ਵਿੱਚ ਵੀ ਇਸ ਤੋਂ ਵੀ ਜਿਹੜੀਆਂ ਚੰਗੀਆਂ ਕਹਾਣੀਆਂ ਜਿਹੜੀਆਂ ਲਿਖਣ ਦਾ ਉਹਦੀ ਸਮਰੱਥਾ ਤਾਂ ਹੈ, ਹੋਰ ਵੀ ਲਿਖੇਗਾ। ਇਸ ਦੇ ਨਾਲ ਹੀ ਸਾਡੇ ਸੁਖਪਾਲ ਥਿੰਦ ਜੀ ਸਾਡੇ ਸੀਨੀਅਰ ਅਧਿਆਪਕ ਨੇ। ਅਸੀਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਗਲਪ ਦੇ ਖੇਤਰ ਵਿੱਚ। ਉਹਨਾਂ ਨੇ ਆਲੋਚਨਾ 'ਚ ਪਹਿਲਾਂ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ। ਫਿਰ ਉਹਨਾਂ ਨੇ ਕੋਈ ਸਫ਼ਰਨਾਮੇ ਜਿਹੜੇ ਕੀਤੇ, ਮੈਂ ਜਿਹੜਾ ਪੜ੍ਹੇ ਸਫ਼ਰਨਾਮੇ ਕੈਨੇਡਾ ਬਾਰੇ ਸੀ ਸ਼ਾਇਦ, ਅਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਥਿੰਦ ਹੋਣਾ ਦੇ ਵਿੱਚ ਜਿਹੜੀ ਹੈ ਗਲਪ ਦੀ ਜਿਹੜੀ ਸਮਰੱਥਾ ਆ ਉਹ ਬਹੁਤ ਹੈ, ਉਹਦੇ ਵਿੱਚ ਸਮਰੱਥਾ ਹੈ। ਉਹ ਸਫ਼ਰਨਾਮੇ ਜਿਹੜੇ ਆ ਆਮ ਕਿਸਮ ਦੇ ਸਫ਼ਰਨਾਮੇ ਨਹੀਂ ਸੀ, ਉਹਦੇ ਵਿੱਚ ਇੱਕ ਗਲਪ ਦਾ ਤੱਤ ਸੀ ਜਿਹੜਾ ਸਾਨੂੰ ਖਿੱਚਦਾ ਸੀ, ਜਿਹੜਾ ਯਾਦ ਕਰਦਾ ਸੀ। ਉਸ ਤੋਂ ਬਾਅਦ ਉਹ ਕਹਾਣੀ ਦੇ ਖੇਤਰ ਵਿੱਚ ਆਏ ਅਤੇ ਕਹਾਣੀ ਦੇ ਖੇਤਰ ਵਿੱਚ ਉਹਨਾਂ ਨੇ ਬਹੁਤ ਹੀ ਯਾਦਗਾਰੀ ਚੰਗੀਆਂ ਕਹਾਣੀਆਂ ਲਿਖੀਆਂ, ਜਿਹਦਾ ਜ਼ਿਕਰ ਹੁੰਦਾ ਰਿਹਾ। ਆਪਾਂ ਨੂੰ ਸਾਰਿਆਂ ਨੂੰ ਪਤਾ ਉਹਨਾਂ ਨੇ ਜਿਹੜੀਆਂ ਕਹਾਣੀਆਂ ਜਿਹੜੀਆਂ ਚੰਗੀਆਂ ਲਿਖੀਆਂ ਕਹਾਣੀਆਂ, ਉਹਨਾਂ ਨੂੰ ਇਹ ਮੈਂ ਬਹੁਤ ਉਹ ਵਧਾਈ ਦਿੰਦਾ ਕਿ ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਇਹ ਆ ਉਸ ਨੂੰ ਸਨਮਾਨਿਤ ਕੀਤਾ ਗਿਆ। ਉਹਦੀ ਚੋਣ ਕੀਤੀ ਗਈ ਹੈ ਵੀ ਇੱਕ ਚੰਗੀ ਜਿਹੜੀ ਹੈ ਕਹਾਣੀ ਹੈ ਦੀ ਜਿਹੜੀ ਕਿਤਾਬ ਆ, ਉਹ ਕਿਤਾਬ ਇਸ ਸਾਲ ਜਿਹੜੀ ਪਿਛਲੇ ਸਾਲ ਛਪ ਕੇ ਆਈ ਹੈ। ਮੈਂ ਕਹਾਣੀ ਦਾ ਪਰਚਾ ਵੀ ਪਿਛਲੇ 15 ਸਾਲ ਤੋਂ ਕੱਢ ਰਿਹਾ ਅਤੇ ਮੈਂ ਕਹਾਣੀ ਦੇ ਨਾਲ ਜੁੜਿਆ ਹੋਇਆ, ਜਿਹੜੀ ਸਮਕਾਲੀ ਕਹਾਣੀ ਨਾਲ ਜੁੜਿਆ ਹੋਇਆ। ਅਤੇ ਹਰੇਕ ਸਾਲ ਵਿੱਚ ਜਿਹੜੀਆਂ ਕਹਾਣੀਆਂ ਛਪਦੀਆਂ ਉਹਨਾਂ ਨੂੰ ਵੀ ਪੜ੍ਹੀਦਾ ਅਤੇ ਮੈਨੂੰ ਇਹ ਲੱਗਦਾ ਵੀ ਜਿਹੜੀ ਪੰਜਾਬੀ ਕਹਾਣੀ ਹੈ ਵਿੱਚ ਬਹੁਤ ਕਾਫੀ ਜਿਹੜੀਆਂ ਚੰਗੀਆਂ ਕਹਾਣੀਆਂ ਲਿਖ ਹੋ ਰਹੀਆਂ। ਪਹਿਲਾਂ ਵੀ ਚੰਗੀਆਂ ਕਹਾਣੀਆਂ ਲਿਖ ਹੋ ਰਹੀਆਂ ਸੀ, ਜਦੋਂ ਤੀਜੀ ਪੀੜ੍ਹੀ ਸੀ ਸਾਡੀ ਗੋਰਖੀ ਦਾ ਸੀ, ਆਪਣੇ ਮੁਖਤਾਰ ਗਿੱਲ ਹੁਣੀ ਜਦੋਂ ਲਿਖਦੇ ਸੀ ਉਹ ਤੀਜੀ ਪੀੜ੍ਹੀ ਦਾ। ਜਦੋਂ ਚੌਥੀ ਪੀੜ੍ਹੀ ਵੀ ਆਈ ਇੱਕ 90 ਦੇ ਆਸ-ਪਾਸ, 90 ਤੋਂ ਬਾਅਦ, ਉਹਨਾਂ ਨੇ ਵੀ ਪੰਜਾਬੀ ਕਹਾਣੀ ਦੇ ਵਿੱਚ ਬਹੁਤ ਹੀ ਜ਼ਿਕਰਯੋਗ ਕਹਾਣੀਆਂ ਲਿਖੀਆਂ। ਬਹੁਤ ਚੰਗੇ ਨਾਂ ਜਿਹੜੇ ਕਹਾਣੀ ਦੇ ਖੇਤਰ ਵਿੱਚ ਆਏ, ਆਪਣੇ ਗਰੇਵਾਲ ਨੇ, ਮੈਂ ਸੀ, ਗੁਰਮੀਤ ਕੜਿਆਲ ਵੀ ਸੀ, ਹੋਰ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਨੇ ਜ਼ਿਕਰਯੋਗ ਕਹਾਣੀਆਂ ਲਿਖੀਆਂ। ਜਿਹੜੇ ਸਨਮਾਨ ਗਲਪ ਦੇ ਜਿਹੜੇ ਸ਼ੁਰੂ ਹੋਏ ਆ ਪਿਛਲੇ 2-3 ਸਾਲ ਤੋਂ, ਮੈਨੂੰ ਇਹ ਵੀ ਲੱਗਦਾ ਵੀ ਇਹ ਸਨਮਾਨ ਨੇ ਵੀ ਗਲਪ ਕਹਾਣੀ ਲਿਖਣ ਨੂੰ ਉਤਸ਼ਾਹ ਕੀਤਾ, ਕਹਾਣੀ ਨੂੰ ਉਤਸ਼ਾਹ ਕੀਤਾ। ਜਿਹੜੇ ਲੇਖਕ ਗਲਪ ਕਹਾਣੀਆਂ ਲਿਖਦੇ ਸੀ, ਘੱਟ ਲਿਖਦੇ ਸੀ, ਉਹਨਾਂ ਨੇ ਵੀ ਕੀਤਾ ਵੀ ਅਸੀਂ ਕਹਾਣੀਆਂ ਹੋਰ ਲਿਖੀਏ, ਚੰਗੀਆਂ ਹੋਰ ਲਿਖੀਏ। ਉਹਨਾਂ 'ਚ ਇੱਕ ਜਜ਼ਬਾ ਪੈਦਾ ਹੋਇਆ ਵੀ ਅਸੀਂ ਹੋਰ ਇਸ ਤੋਂ ਵੀ ਵਧੀਆ ਕਹਾਣੀਆਂ ਲਿਖੀਏ। ਇੱਕ ਕੰਪੀਟੀਸ਼ਨ ਸਾਡੇ ਗਲਪ ਦੇ ਖੇਤਰ ਵਿੱਚ, ਸਾਹਿਤ ਦੇ ਖੇਤਰ ਵਿੱਚ ਮੈਂ ਕਹਿੰਦਾ ਵੀ ਕੰਪੀਟੀਸ਼ਨ ਸ਼ੁਰੂ ਹੋਇਆ। ਇਹ ਚੰਗਾ ਯਤਨ ਹੈ ਵੀ ਜਿਹੜੇ ਸਨਮਾਨ ਮਿਲਦੇ ਨੇ ਗਲਪ ਦੇ, ਮੈਂ ਤਾਂ ਇਹ ਕਹਿੰਦਾ ਹੁੰਦਾ ਵੀ 15-20 ਸਨਮਾਨ ਹੋਰ ਸ਼ੁਰੂ ਹੋ ਜਾਣੇ ਚਾਹੀਦੇ ਨੇ, ਤਾਂ ਕਿ ਜਿਹੜੇ ਹੋਰ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਉਤਸ਼ਾਹ ਮਿਲੇ, ਉਹਨਾਂ ਨੂੰ ਵੀ ਮਾਨਤਾ ਮਿਲੇ, ਉਹਨਾਂ ਦੇ ਅੰਦਰ ਵੀ ਜਜ਼ਬਾ ਪੈਦਾ ਹੋਵੇ। ਨਹੀਂ ਤਾਂ ਉਹ 2 ਕਿਤਾਬਾਂ ਲੈ ਕੇ ਬੰਦੇ ਦਾ ਮੱਚ ਜਾ ਮਰ ਜਾਂਦਾ, ਛੱਡੋ ਯਾਰ ਕੋਈ ਪੁੱਛਦਾ ਤਾਂ ਹੈ ਹੀ ਨਹੀਂ ਕਹਾਣੀ ਦਾ। ਕੋਈ ਸਨਮਾਨ ਉਹਨਾਂ ਨੂੰ ਵੀ ਮਿਲੇਗਾ ਅਤੇ ਉਹ ਵੀ ਅੱਗੇ ਲਿਖਣੀ ਸ਼ੁਰੂ ਕਰ ਦੇਣਗੇ। ਮੈਨੂੰ ਯਾਦ ਹੈ ਵੀ ਜਦੋਂ ਗੋਰਖੀ ਨੂੰ ਸਨਮਾਨ ਭਾਸ਼ਾ ਵਿਭਾਗ ਦੇ ਅਵਾਰਡ 100 ਦੇ ਕਰੀਬ ਮਿਲ ਗਏ, ਬੜੇ ਇਨਾਮ ਮਿਲੇ, ਅਤੇ ਜਦੋਂ ਗੋਰਖੀ ਦਾ ਨਾਂ ਨਹੀਂ ਆਇਆ ਤਾਂ ਉਹ ਬੜਾ ਨਿਰਾਸ਼ ਹੋ ਗਿਆ। ਮੈਂ ਉਹਨਾਂ ਦੀ ਮਿਸੇਜ ਨੂੰ ਮਿਲ ਕੇ ਆਇਆ ਅਤੇ ਬੇਟੀ ਨਾਲ ਵੀ ਗੱਲ ਕੀਤੀ। ਜਦੋਂ ਕਹਿੰਦਾ ਉਹਨੇ ਲਿਸਟ ਪੜ੍ਹੀ ਅਤੇ ਉਹਦੀਆਂ ਅੱਖਾਂ 'ਚੋਂ ਨਾ ਪਾਣੀ ਕਰਨ ਲੱਗ ਪਿਆ। ਕਹਿੰਦਾ ਯਾਰ ਮੈਂ ਨਿੰਦਰਕ ਗਿਆਨਵੀ ਤੋਂ ਵੀ ਮਾੜਾ ਕਹਾਣੀ ਲੇਖਕ ਹੈ, ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਮੈਂ ਇਹ ਕਹਿੰਦਾ ਨਾ ਵੀ ਚੰਗੇ ਜਿਹੜੇ ਨਾ ਸਨਮਾਨ ਹੋਰ ਹੋਣੇ ਚਾਹੀਦੇ ਆ। ਵਿਚਾਰੇ ਜਿਹੜੇ ਵਧੀਆ ਜਿਹੜੇ ਕਹਾਣੀ ਲਿਖਣ ਵਾਲੇ ਆ, ਵਧੀਆ ਗਲਪ ਲਿਖਣ ਵਾਲੇ ਆ, ਵਧੀਆ ਨਾਵਲ ਲਿਖਣ ਵਾਲੇ ਆ, ਉਹ ਉਸੇ ਤਰ੍ਹਾਂ ਤੁਰ ਗਏ, ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਪ੍ਰੇਮ ਗੋਰਖੀ ਨੂੰ ਨਹੀਂ ਕਿਸੇ ਨੇ ਪੁੱਛਿਆ, ਚੇਤਨ ਹੁਣੀ ਦੇ ਕਿਤਨੇ ਸਮਰੱਥ ਕਹਾਣੀਕਾਰ ਸੀ, ਉਹਨਾਂ ਨੂੰ ਨਹੀਂ ਕਿਸੇ ਨੇ ਪੁੱਛਿਆ। ਜਸਵੰਤ ਸਿੰਘ ਵਿਰਦੀ ਉਹੀ ਚਲੇ ਗਿਆ, ਦਵਿੰਦਰ ਸਥਿਆਰਥੀ ਇਸ ਤਰ੍ਹਾਂ ਦਾ ਚਲੇ ਗਿਆ, ਮੁਖਤਿਆਰ ਗਿੱਲ, ਹਾਂ ਇਹ ਤਾਂ ਹੈ ਹੀ ਆ, ਮੁਖਤਿਆਰ ਗਿੱਲ ਨੂੰ ਨਹੀਂ ਕਿਸੇ ਨੇ ਪੁੱਛਿਆ। ਮਨਿੰਦਰ ਕਾਂਗ ਤਾਂ ਚਲੋ ਸਾਡੇ ਬਾਅਦ ਵਿੱਚ ਆਇਆ, ਚੰਗੀ ਕਹਾਣੀ ਲਿਖਣ ਵਾਲਾ ਸੀ। ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਜਿਹੜੇ ਗਲਪ ਦੇ ਸਨਮਾਨ ਕੋਈ ਕਹਿੰਦੇ ਵੀ ਇਹ ਬੰਦ ਹੋ ਜਾਣੇ ਚਾਹੀਦੇ ਆ ਜੀ, ਇਹ ਐਂ ਆ ਜੀ, ਇਹ ਫਲਾਨਾ ਆ ਜੀ, ਇਸ ਤਰ੍ਹਾਂ ਆ, ਇਹ ਕੀ ਨੁਕਸਾਨ ਇਹਦਾ ਕੀ ਆ? ਵੀ ਤੁਸੀਂ ਕੋਈ ਚੰਗਾ ਲਿਖਣ ਵਾਲਾ ਆ, ਚੰਗਾ ਕਹਾਣੀ ਲਿਖਣ ਵਾਲਾ ਆ, ਚੰਗਾ ਨਾਵਲ ਲਿਖਣ ਵਾਲਾ ਆ, ਉਹਦਾ ਸਨਮਾਨ ਹੋ ਰਿਹਾ, ਚੰਗੀ ਗੱਲ ਹੈ। 15-20 ਹੋਰ ਸ਼ੁਰੂ ਹੋ ਜਾਣਗੇ ਅਤੇ ਸਾਲ ਵਿੱਚ 15-20 ਭੁਗਤ ਜਾਣਗੇ ਕਥਾਕਾਰ, ਉਤਸ਼ਾਹਿਤ ਹੋਣਗੇ। ਇਹ ਬਹੁਤ ਚੰਗਾ, ਮੈਂ ਇਹਨੂੰ ਪੋਜ਼ੀਟਿਵ ਕਹਿੰਦਾ।
ਫਿਰ ਚਲੋ ਕਵਿਤਾ ਦੇ ਵੀ ਆਉਣੇ ਚਾਹੀਦੇ ਆ, ਕਵਿਤਾ ਦਾ ਵੀ ਸਨਮਾਨ ਮਿਲਣਾ ਚਾਹੀਦਾ ਬਰਾਬਰ, ਕਵਿਤਾ ਦਾ ਵੀ ਮਿਲਣਾ ਚਾਹੀਦਾ। ਅੰਤ ਵਿੱਚ ਮੈਂ ਇਹ ਚੇਤਨ ਹੋਣਾ ਦੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਵੀ ਇੱਕ ਆਮ ਤੌਰ 'ਤੇ ਜਿਹੜੇ ਲੇਖਕ ਦਾ ਜਿਹੜਾ ਅਗਲੀ ਜਨਰੇਸ਼ਨ ਆ ਉਹ ਸਾਹਿਤ ਨਾਲੋਂ ਟੁੱਟੀ ਹੋਈ ਹੁੰਦੀ ਹੈ। ਮੈਂ ਕਦੇ ਕਦੇ ਪ੍ਰੇਮ ਪ੍ਰਕਾਸ਼ ਦੇ ਘਰ ਜਾਂਦਾ ਹੁੰਦਾ ਅਤੇ ਉਹ ਨਾ ਹੁਣ ਕਹਿੰਦਾ ਮੈਂ ਨਾ ਆਪਣੀਆਂ ਜਿਹੜੀਆਂ ਸਾਰੀਆਂ ਕਿਤਾਬਾਂ ਆ ਜੋ ਕੁਝ ਵੀ ਹੈਗਾ ਮੈਂ ਕੱਢਣ 'ਤੇ ਤੁਰਿਆ ਹੋਇਆ, ਕਿਸੇ ਨੇ ਸਾਂਭਣੀਆਂ ਨਹੀਂ। ਮੇਰਾ ਕੋਈ ਨਾ ਕੋਈ ਮੁੰਡਾ ਪੜ੍ਹਦਾ, ਨਾ ਕੋਈ ਨੂੰਹ ਪੜ੍ਹਦੀ ਹੈ, ਨਾ ਕੋਈ ਪੋਤੀਆਂ ਪੜ੍ਹਦੀਆਂ। ਇਹ ਜਿਹੜੀ ਜਨਰੇਸ਼ਨ ਹੈ ਚੇਤਨ ਉਹਨਾਂ ਦੀ ਅਗਲੀ ਆ, ਉਹਨਾਂ ਨੇ ਉਹਨਾਂ ਨੂੰ ਯਾਦ ਕੀਤਾ ਅਤੇ ਉਹ ਸਾਹਿਤ ਨਾਲ ਵੀ ਜੁੜੇ ਹੋਏ ਨੇ। ਸਰਗੀ ਬਹੁਤ ਅੱਛੀ ਕਹਾਣੀ ਲਿਖਦੇ ਨੇ। ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਆ ਕਾਫੀ ਚਰਚਿਤ ਰਹੀ ਹੈ ਅਤੇ ਉਹਨਾਂ ਨੇ ਚੰਗੀਆਂ ਕਹਾਣੀਆਂ ਲਿਖੀਆਂ। ਉਹ ਕਿਤਾਬ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਕਹਾਣੀ ਆਈ ਹੈ, ਜਿਹੜੀ ਹੁਣ ਹੈ ਮੈਨੂੰ ਨਾਂ ਭੁੱਲ ਗਿਆ ਇੱਕਦਮ, ਲਾਂਬੂ, ਹਾਂ, ਬਹੁਤ ਕਮਾਲ ਦੀ ਕਹਾਣੀ ਹੈ। ਅਤੇ ਉਹਨਾਂ ਨੇ ਜਿਹੜਾ ਸਮਕਾਲ ਦੇ ਸਮਾਜਿਕ ਸਰੋਕਾਰਾਂ ਨੂੰ ਫੜਿਆ ਆ, ਉਹ ਮੈਂ ਸਮਝਦਾ ਵੀ ਬਿਲਕੁਲ ਅਛੂਤੇ ਅਨੁਭਵ ਨੇ। ਅੰਤ ਵਿੱਚ ਮੈਂ ਸਾਰਿਆਂ ਨੂੰ ਤਿੰਨੇ ਹੀ ਜਿਹੜੇ ਸਨਮਾਨਿਤ ਜਿਹੜੀਆਂ ਸ਼ਖਸੀਅਤਾਂ ਆ ਉਹਨਾਂ ਨਾਲ ਵਧਾਈ ਦਿੰਦਾ ਅਤੇ ਆਸ ਕਰਦਾ ਹੈ ਵੀ ਉਹ ਸਾਨੂੰ ਭਵਿੱਖ ਵਿੱਚ ਵੀ ਚੰਗੀ ਕਹਾਣੀ, ਹੋਰ ਚੰਗੀ ਕਹਾਣੀ ਦੇਣਗੇ। ਧੰਨਵਾਦ ਤੁਹਾਡਾ। ਸੋ ਇੱਕ ਬੜਾ ਖੂਬਸੂਰਤ ਸ਼ੇਰ ਹੈ, ਹਮੇਸ਼ਾ ਦਿਮਾਗ 'ਚ ਰਹਿੰਦਾ ਹੈ कि किताबों की अहमियत अपनी जगह साहिब, किताबों की अहमियत अपनी जगह साहिब, बातें वही याद रहती हैं जो वक्त और लोग सिखाते हैं। सो ये जो कुछ लिखा जा रहा है बस ये वक्त और हालात सिखा रहे ने। इत्थे जुड़ बैठे सारे अदीब सज्जनों, दोस्तों और कहानीकारों, उन्होंने भी बहुत मुबारक जिन्हों ने इस सन्मान नूं लीकिया ते इस दूसरे साल दे विच चला गया, यानी कि इसने कदम पुट्टना सीख लिया है। हुण इस सन्मान ने 1 साल दा हो गया। उन्होंने भी बहुत मुबारक जिन्होंने ये मिलन जा रहा है। कड़ियालवी जी नाल काफ़ी अच्छियां गल्लां हुंदियां ने, बहुत कुछ सीखण नूं मिलदा है। थिंद साहब फुल्लां दी फसल नाल ही दिमाग 'च बैठ गए सन और मुख्तियार जी तो बहुत मुअज़्ज़िज़ हैं, उन्हों का की कहना। ये आशीर्वाद वांग हैं साडी पंजाबी कहानी दे लई। सो बहुत बहुत शुक्रिया, बहुत मुबारक। फिलिप पुलमैन इंग्लिश का राइटर है, वो कहता कि इंसान नू रोटी, घर, दोस्ती तो बाद जो चाहिए वो कहानी है। मतलब कहानी जड़ी वो जदों तो इंसान पैदा होया, वैसे कहानी तो देखो कहानी तो हर एक कोल हुंदी है, पंछियां कोल भी हुंदी है, जानवरां कोल भी हुंदी है, पर इंसान दे कोल एक खासियत है, एक आशीर्वाद है कि असी कहानी शेयर कर सकते हैं, साझी कर सकते हैं, जोड़ सकते हैं कहानी नूं। जानवर अपने अंदर ही रखते, वो अपनी भाषा कहते होंगे, पर वो कहानी का सानू पता नहीं घट्टो घट्ट लगता। तो ये कहानी बारे मैनू लगता। दूसरा मैं पहला तो मैं मुबारक दे लवां कि ਜਿਹੜੇ ਸਾਡੇ ਅੱਜ ਦੇ ਸਨਮਾਨਿਤ ਕਹਾਣੀਕਾਰ ਨੇ ਤਿੰਨੇ ਹੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ, ਤੇ ਨਾਲ ਸਰਗੀ ਨੂੰ ਤੇ ਨਵਚੇਤਨ ਨੂੰ ਜਿਹੜੇ ਆਪਣੀ ਅਮੀਰ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਆ, ਇਹਨਾਂ ਨੂੰ ਵੀ ਨਾਲ ਮੁਬਾਰਕਾਂ ਤੇ ਨਾਲ ਸ਼ੁਭੇच्छाਵਾਂ ਕਿ ਇਸੇ ਤਰ੍ਹਾਂ ਦੇ ਇਹ ਕੰਮ ਕਰਦੇ ਰਹਿਣ। ਜਦੋਂ ਚੇਤਨ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਮੈਂ ਤਕਰੀਬਨ 2 ਦਹਾਕੇ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਸੀ ਅੰਮ੍ਰਿਤਸਰ ਵਿੱਚ ਕਿ ਬਹੁਤ ਸਾਰੇ ਇਕੱਠੇ ਸਨ ਸਾਹਿਤਕਾਰ। ਉਦੋਂ ਜਦੋਂ ਕੋਈ ਬਾਹਰੋਂ ਵੀ ਆਉਂਦਾ, ਜਦੋਂ ਇੱਥੇ ਕੋਈ ਸਮਾਗਮ ਫਟਾਫਟ ਉਲੀਕੇ ਜਾਂਦੇ ਸੀਗੇ, ਤਾਂ ਉਦੋਂ ਬਟਾਲੇ ਤੋਂ ਆ ਜਾਂਦੇ ਸੀਗੇ ਇਹ ਵੀ ਬਾਬਾ ਬੀਬਾ ਬਲਵੰਤ ਹੋਰੀ ਵੀ, ਇੱਧਰੋਂ ਚੇਤਨ ਹੋਰੀ, ਇੱਧਰੋਂ ਪਰਮਿੰਦਰਜੀਤ ਦੀ ਤਕਰੀਬਨ ਨਾਲ ਪਰਮਿੰਦਰਜੀਤ ਦੇ ਹੋਰਾਂ ਦੇ ਥਰੂ ਹੁੰਦੇ ਸੀ, ਤਾਂ ਨਾਲ ਹੋਰ ਭੁਪਿੰਦਰਪ੍ਰੀਤ ਵੀ, ਅਮਰੀਸ਼ ਹੋਰੀ, ਉਦੋਂ ਸਾਰੇ ਇਕੱਠੇ ਸਨ। ਤਾਂ ਉਦੋਂ ਬੜਾ ਖੂਬਸੂਰਤ ਮਾਹੌਲ ਸੀ ਅੰਮ੍ਰਿਤਸਰ ਦੇ ਵਿੱਚ। ਜਦੋਂ ਕਿਸੇ ਨੇ ਬਾਹਰੋਂ ਵੀ ਆਉਣਾ ਤਾਂ ਉਦੋਂ ਇੱਕਦਮ ਸਭ ਨੂੰ ਫੋਨ ਕਰਨੇ ਕਿ ਸ਼ਾਮ ਨੂੰ 4 ਵਜੇ ਆਪਾਂ ਇਕੱਠੇ ਹੋਣਾ। ਹੈਰੀਟੇਜ ਕਲੱਬ ਵਿੱਚ ਉਦੋਂ ਫੰਕਸ਼ਨ ਹੁੰਦੇ ਸੀਗੇ, ਤਾਂ ਉਦੋਂ ਕੀ ਹੁੰਦਾ ਸੀ ਕਿ ਉਸੇ ਵੇਲੇ ਹੀ ਬੁਲਾ ਕੇ ਸਾਰਿਆਂ ਨੂੰ ਬਾਹਰ 150 ਰੁਪਇਆ ਇਕੱਠਾ ਕਰ ਲੈਣਾ ਸਭ ਕੋਲੋਂ, ਤਾਂ ਉਹ ਉਸੇ ਵੇਲੇ ਫੰਕਸ਼ਨ ਬੜੀ ਖੂਬਸੂਰਤੀ ਨਾਲ ਸੰਪੰਨ ਹੋ ਜਾਂਦਾ ਸੀਗਾ। ਮਤਲਬ ਔਰ ਹੁੰਦੇ ਵੀ ਬਹੁਤ ਸੀ ਫੰਕਸ਼ਨ, ਤੇ ਬਹੁਤ ਅੱਛੇ ਮਾਹੌਲ ਵਿੱਚ ਹੁੰਦੇ ਸੀਗੇ। ਇਸੇ ਮਾਹੌਲ ਦੇ ਵਿੱਚ ਮੈਂ ਚੇਤਨ ਹੋਰਾਂ ਦੀ ਜਿਹੜੀ ਕਿਤਾਬ ਸੀ ਖਾਰਾ ਬੱਦਲ,
ਉਹ ਜਦੋਂ ਰਿਲੀਜ਼ ਹੋਈ ਉਹਦਾ ਮੈਨੂੰ ਪੂਰਾ ਚੇਤਾ ਕਿ ਉਹਦੇ ਵਿੱਚ ਮੈਨੂੰ ਕੁਝ ਕਮੈਂਟ ਸੁਣ ਜਿਹੜੇ ਤੇ ਮੈਂ ਬੜੇ ਅਸਲ 'ਚ ਮੈਨੂੰ ਧਿਆਨ ਨਾਲ ਸੁਣਨ ਦੀ ਆਦਤ ਹੈ, ਜਿਹੜੀਆਂ ਗੱਲਾਂ ਜਿਹੜੇ ਵਿਦਵਾਨ ਕਰਦੇ ਨਾ ਮੈਨੂੰ ਥੋੜਾ ਜਿਹਾ ਹੈਗਾ ਟੈਨਸ਼ਨ ਦਾ, ਤਾਂ ਮੈਨੂੰ ਕੁਝ ਗੱਲਾਂ ਜਿਹੜੀਆਂ ਬਹੁਤ ਪਾਰਟਿਕੂਲਰ ਸੀ ਉਹ ਮੈਨੂੰ ਅਜੇ ਵੀ ਯਾਦ ਨੇ ਕਿ ਡਾਕਟਰ ਬਲਦੇਵ ਧਾਲੀਵਾਲ ਹੋਰਾਂ ਨੇ ਚੇਤਨ ਹੋਰਾਂ ਦੀ ਇੱਕ ਕਹਾਣੀ ਬਾਰੇ ਗੱਲ ਕੀਤੀ, ਜਿਹੜੀ ਕਹਾਣੀ ਅੱਜ ਕੱਲ੍ਹ IVF ਦਾ ਬਹੁਤ ਸਾਰਾ ਪਸਾਰਾ ਹੈ ਤੇ ਜ਼ੋਰ ਹੈ। ਉਹ ਕਹਾਣੀ ਕੁਝ ਇਸ ਤਰ੍ਹਾਂ ਦੀ ਸੀ ਕਿ ਇੱਕ ਔਰਤ ਪ੍ਰੈਗਨੈਂਟ ਹੁੰਦੀ ਹੈ, ਉਹਦੇ ਬੱਚਾ ਹੁੰਦਾ ਹੈ, ਤਾਂ ਉਹ ਜਾਣਨਾ ਚਾਹੁੰਦੀ ਹੈ ਕਿ ਇਹ ਬੱਚਾ ਕਹਿੰਦੀ ਮੈਂ ਮਿਲਣਾ ਚਾਹੁੰਦੀ ਹਾਂ ਜਿਹੜਾ ਇਸ ਬੱਚੇ ਦਾ ਬਾਪ ਹੈ। ਅੱਛਾ, ਉਹਨਾਂ ਨੇ ਜਿਸ ਤਰੀਕੇ ਨਾਲ ਚੇਤਨ ਹੋਰਾਂ ਨੇ ਕਹਾਣੀ ਲਿਖੀ ਸੀ, ਡਾਕਟਰ ਧਾਲੀਵਾਲ ਹੋਰੀ ਕਹਿੰਦੇ ਆ ਵੀ ਚੇਤਨ ਸ਼ਰੀਫ ਕਹਾਣੀਕਾਰ ਹੈ। ਕਹਿੰਦੇ ਵੀ ਇਹ ਜਿਸ ਤਰ੍ਹਾਂ ਦੀ ਕਹਾਣੀ ਹੈ, ਜਿਸ ਤਰ੍ਹਾਂ ਦਾ ਵਿਸ਼ਾ ਹੈ, ਜੇਕਰ ਕਿਸੇ ਹੋਰ ਕਹਾਣੀਕਾਰ ਨੇ ਇਹਨੂੰ ਲਿਖਿਆ ਹੁੰਦਾ ਤਾਂ ਬਹੁਤ ਸਾਰੇ ਮਸਾਲੇ ਲਾ ਸਕਦਾ ਸੀ, ਬਹੁਤ ਸਾਰੇ ਕਈ ਕੁਝ ਭਰ ਸਕਦਾ ਸੀ, ਪਰ ਇਹਨਾਂ ਨੇ ਬੜੀ ਖੂਬਸੂਰਤੀ ਨਾਲ ਉਹ ਕਹਾਣੀ ਲਿਖੀ ਹੈ। ਇੱਕ ਇਹਨਾਂ ਨੂੰ ਤਾਂ ਸਰਗੀ ਹੋਰਾਂ ਨੂੰ ਪਤਾ ਨਹੀਂ, ਸਰਗੀ ਉਦੋਂ ਕਹਾਣੀਆਂ ਨਹੀਂ ਸੀ ਲਿਖਦੀ, ਤਾਂ ਲੱਗਦਾ ਸੀ ਵੀ ਸਰਗੀ ਵੀ ਕਹਾਣੀਆਂ ਲਿਖਣ ਲੱਗ ਪੈਗੀ ਇਸ ਮਾਹੌਲ ਵਿੱਚ। ਇਹਨਾਂ ਦੀ ਇੱਕ ਕਜ਼ਨ ਸੀ ਜਿਹਨਾਂ ਦੇ ਮੇਰੇ ਖਿਆਲ ਭੂਆ ਜੀ ਲੱਗਦੇ ਹੋਣੇ ਆ ਸਰਗੀ ਦੇ, ਗੁਰਚਰਨ ਕੌਰ ਥਿੰਦ, ਉਹ ਵੀ ਸਨ। ਤਾਂ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਸੀ, ਕਹਿੰਦੇ ਕਿ ਮੈਨੂੰ ਨਾ ਇਹਨਾਂ ਦੀਆਂ ਕਹਾਣੀਆਂ ਪੜ੍ਹਦੀ ਹਾਂ ਤਾਂ ਮੈਨੂੰ ਬੜੀ ਜੈਲਸੀ ਹੁੰਦੀ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਕਿ ਮੇਰੇ ਕੋਲੋਂ ਕਿਉਂ ਨਹੀਂ ਇਹੋ ਜਿਹੀਆਂ ਕਹਾਣੀਆਂ ਲਿਖੀਆਂ ਜਾਂਦੀਆਂ। ਮਤਲਬ ਉਹਨਾਂ ਦੀਆਂ ਕਹਾਣੀਆਂ ਬਾਰੇ ਇਸ ਤਰ੍ਹਾਂ ਲੱਗਦਾ ਸੀਗਾ ਸਭ ਨੂੰ। ਤਾਂ ਉਹ ਜਿਹੜੀਆਂ ਕਹਾਣੀਆਂ ਨੇ ਉਦੋਂ ਦੀਆਂ ਅਜੇ ਮੇਰੇ ਤਕਰੀਬਨ 2 ਦਹਾਕੇ ਹੋਣ ਵਾਲੇ ਨੇ, ਮੇਰੇ ਮਨ ਵਿੱਚ ਉਹ ਕਹਾਣੀਆਂ ਉਸ ਤਰ੍ਹਾਂ ਦੀ ਉਸ ਤਰ੍ਹਾਂ, ਔਰ ਮੈਂ ਉਹ ਕਿਤਾਬ ਸੰਭਾਲ ਕੇ ਰੱਖੀ। ਉਹ ਵੀ ਹੋਰ ਵੀ ਜਿਹੜੀਆਂ ਅਸਲ 'ਚ ਕਿਤਾਬਾਂ ਜਿਹੜੀਆਂ ਉਦੋਂ ਦੀਆਂ ਨਾ ਮੇਰੇ ਕੋਲ, ਉਹ ਸਾਰੀਆਂ ਦੀਆਂ ਸਾਰੀਆਂ ਮੈਂ ਬਹੁਤ ਸਾਰੀਆਂ ਕਿਤਾਬਾਂ ਮੈਗਜ਼ੀਨ ਦੇ ਹਵਾਲੇ ਨਾਲ ਬਹੁਤ ਸਾਰੀਆਂ ਕਿਤਾਬਾਂ ਆਉਂਦੀਆਂ ਨੇ, ਤਾਂ ਜਦੋਂ ਉਹਨਾਂ ਦਾ ਰਿਵਿਊ ਹੋ ਜਾਂਦਾ ਜਾਂ ਟਾਈਟਲ ਛਪ ਜਾਂਦਾ ਤਾਂ ਮੈਂ ਉਹ ਕਿਤਾਬਾਂ ਕੋਈ ਨਾ ਕੋਈ ਕਿਸੇ ਲਾਇਬ੍ਰੇਰੀ ਨੂੰ ਦੇ ਦਿੰਦੀ ਹਾਂ। ਸੰਗਰੂਰ ਤੋਂ, ਮੋਗੇ ਤੋਂ, ਧੂਰੀ ਤੋਂ ਆ ਕੇ ਲਾਇਬ੍ਰੇਰੀਆਂ ਵਾਲੇ ਲੈ ਜਾਂਦੇ, 150-200 ਜਦੋਂ ਇਕੱਠੀਆਂ ਹੋ ਜਾਂਦੀਆਂ, ਤਾਂ ਮੈਂ ਉਹ ਕੁਝ ਕਿਤਾਬਾਂ ਜਿਹੜੀਆਂ ਇਹੋ ਜਿਹੀਆਂ ਉਹ ਮੈਂ ਆਪਣੀਆਂ ਵੱਖਰੀਆਂ ਆਪਣੀਆਂ ਅਲਮਾਰੀਆਂ 'ਚ ਰੱਖ ਛੱਡੀਆਂ, ਜਿਹੜੀਆਂ ਕਿਸੇ ਨੂੰ ਵੀ ਨਹੀਂ ਦੇਣ ਨੂੰ ਜੀ ਕਰਦਾ ਕਿਤਾਬਾਂ, ਕਿਉਂਕਿ ਕਿਤਾਬਾਂ ਵੀ ਸਾਡੇ ਵਜੂਦ ਦਾ ਹਿੱਸਾ ਬਣ ਜਾਂਦੀਆਂ ਨੇ। ਤਾਂ ਜਿੱਥੋਂ ਤੱਕ ਹੁਣ ਮੈਂ ਸਰਗੀ ਦੀ ਗੱਲ ਕਰਾਂ ਕਿ ਇਹ ਦੋਨੋਂ ਭੈਣ ਭਰਾ ਬੇਹੱਦ ਖੂਬਸੂਰਤੀ ਨਾਲ ਆਪਣੇ ਫਾਦਰ ਦੀ ਜਿਹੜੀ ਚੇਤਨ ਸੰਵੇਦਨਸ਼ੀਲਤਾ ਸੀ ਉਹਨੂੰ ਅਜੇ ਤੱਕ ਵੀ ਉਹਨੂੰ ਇਹਨਾਂ ਜ਼ਿੰਦਾ ਰੱਖਿਆ ਹੋਇਆ। ਜ਼ਿੰਦਾ ਹੀ ਨਹੀਂ ਰੱਖਿਆ, ਉਹਨੂੰ ਸਾਰਿਆਂ ਤੱਕ ਪਹੁੰਚਾ ਰਹੇ ਨੇ, ਨਾਲ ਕਹਾਣੀਕਾਰਾਂ ਤੱਕ ਉਹ ਪ੍ਰੇਰਨਾ ਵੀ ਬਣ ਰਹੀਆਂ ਨੇ ਉਹ ਕਹਾਣੀਆਂ ਨਾਲ ਸਗੋਂ, ਅਤੇ ਨਾਲ ਨਾਲ ਉਹਨਾਂ ਦਾ ਨਾਂ ਵੀ ਇਸੇ ਤਰ੍ਹਾਂ ਜਿਉਂਦਾ ਰਹਿ ਰਿਹਾ। ਵਰਨਾ ਅੱਜ ਸਾਡੇ ਤਾਂ ਕਹਿੰਦੇ ਇੱਕ ਕਹਾਵਤ ਹੈ ਕਿ ਅੱਜ ਮਰੇ ਕੱਲ੍ਹ ਪਰਲੋ ਕੌਣ ਜਾਂਦਾ ਹੈ, ਆਪਣੇ ਨਹੀਂ ਪਹਿਚਾਣਦੇ ਜਾਂ ਯਾਦ ਰੱਖਦੇ, ਪਰ ਇਹ ਇੱਕ ਬਹੁਤ ਖੂਬਸੂਰਤ ਤਰੀਕਾ ਹੈ ਉਹਨਾਂ ਨੂੰ ਹਮੇਸ਼ਾ ਜਿਉਂਦੇ ਰੱਖਣ ਦਾ। ਅਤੇ ਇਹਨਾਂ ਦੋਨਾਂ ਭੈਣ ਭਰਾਵਾਂ ਨੇ, ਜਿਵੇਂ ਲੋਕੀ ਹੁਣੇ ਗੱਲ ਹੋਈ ਸੀ ਦੀਪਜਿੰਦਰ ਹੋਰਾਂ ਕੀਤੀ ਸੀ ਕਿ ਲੋਕੀ ਕਿਸ ਤਰੀਕੇ ਨਾਲ ਆਪਣੇ ਆਪਣੇ ਵੱਡਿਆਂ ਨੂੰ ਯਾਦ ਕਰਦੇ ਨੇ। ਹੁਣ ਇਹ ਜਿਵੇਂ ਜ਼ਮੀਨ ਨਾਲ ਸਾਡੇ ਵਿੱਚ ਤਾਂ ਹੈਗਾ ਕਿ ਜ਼ਮੀਨ ਤੇ ਜੀ ਇਹ ਪਿਤਾ ਪੁਰਖੀ ਹੈ, ਇਹ ਇੱਕ ਖੂਬਸੂਰਤ ਪਿਤਾ ਪੁਰਖੀ ਹੈ ਕਿ ਇੱਕ ਤਾਂ ਉਹ ਕਲਾ ਸਰਗੀ ਦੇ ਅੰਦਰ ਆਈ ਹੋਈ ਹੈ ਅਤੇ ਨਾਲ ਉਹ ਆਪਣੀਆਂ ਕਹਾਣੀਆਂ ਲਿਖ ਰਿਹਾ, ਨਾਲ ਉਹ ਆਪਣੀ ਵਿਰਾਸਤ, ਖੂਬਸੂਰਤ ਅਮੀਰ ਵਿਰਾਸਤ ਨੂੰ ਵੀ ਸਨਮਾਨ ਦੇ ਰਿਹਾ ਦੋਨੋਂ ਭੈਣ ਭਰਾ, ਅਤੇ ਨਾਲ ਨਾਲ ਉਹ ਸਨਮਾਨ ਦੇ ਥਰੂ ਦੂਜਿਆਂ ਤੱਕ ਆਪਣੀ ਗੱਲ ਕਨਵੇ ਕਰ ਰਿਹਾ ਕਿ ਤੁਸੀਂ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਦੇ ਰਹੋ, ਅਤੇ ਨਾਲ ਉਹਨਾਂ ਨੂੰ ਸਨਮਾਨ ਮਿਲਦਾ ਰਹੇ, ਨਾਲ ਉਹਨਾਂ ਨੂੰ ਉਤਸ਼ਾਹ ਮਿਲਦਾ ਰਹੇ ਅੱਗੋਂ, ਤਾਂ ਕਿ ਇਹ ਕਹਾਣੀ, ਇਹ ਲੜੀ ਅੱਗੋਂ ਚੱਲਦੀ ਰਹੇ। ਅਤੇ ਇੱਕ ਵਾਰ ਫਿਰ ਸਾਰੇ ਸਨਮਾਨਿਤ ਹੋਣ ਵਾਲੇ ਕਹਾਣੀਕਾਰਾਂ ਨੂੰ ਅਤੇ ਸਰਗੀ ਨੂੰ, ਸਾਰਿਆਂ ਨੂੰ, ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ।